परम सत्कारयोग साध संगत जी, मन बिरते एकागर करिए ते आखिए धन श्री सतगुरु राम सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, असी कुछ दिनों तो माइया उत्ते सतगुरु राम सिंह जी के परोपकार ਇਹ ਸਾਖੀਆਂ ਸੰਤ ਗਿਆਨੀ ਤੇਜਾ ਸਿੰਘ ਜੀ ਵੱਲੋਂ ਲਿਖੀ ਹੋਈ ਪੁਸਤਕ ਵਿੱਚੋਂ ਕਰ ਰਹੇ ਹਾਂ। ਅੱਜ ਅਸੀਂ ਸਾਖੀ ਸਰਵਣ ਕਰਾਂਗੇ ਮਾਈ ਦਾਨੀ ਦੀ। ਮਾਈ ਦਾਨੀ ਨਾਮ ਦੀ ਦਾਨੀ ਨਹੀਂ ਸੀ, ਬਾਹਰੋਂ ਵੀ ਦਾਨੀ ਤੇ ਅੰਦਰੋਂ ਵੀ ਦਾਨੀ, ਗਿਆਨ ਦੀ ਦਾਨੀ, ਮਸਤਾਨੀ ਅਵਸਥਾ ਦੀ ਮਾਲਕ, ਮਸਤਾਨੀ ਮਾਤਾ ਦਾਨੀ। ਬਿਰਧ ਅਵਸਥਾ ਵਿੱਚ ਪਤੀ ਚੜ੍ਹਾਈ ਕਰ ਚੁੱਕੇ ਸਨ। ਇੱਕੋ ਇਕਲੌਤੇ ਪੁੱਤਰ ਦੇ ਹੌਂਸਲੇ ਨਾਲ ਦੁਨਿਆਵੀ ਤੌਰ 'ਤੇ ਅਤੇ ਅੰਦਰ ਸਤਿਗੁਰ ਦਾ ਹੱਥ ਹਰਦਮ ਅੰਗ ਸੰਗ ਸਹਾਇਕ ਸੀ। ਝੂਠੇ ਧਨ ਦਾ ਤਿਆਗ ਅਤੇ ਨਾਮ ਧਨ ਦੇ ਭੰਡਾਰ ਅਤੇ ਸਤਿਗੁਰ ਦੇ ਦਰਸ਼ਨ ਦੇ ਵੈਰਾਗ ਨੇ ਗਿਆਨ ਰੂਪੀ ਚਿਰਾਗ ਜਗਾ ਦਿੱਤਾ ਸੀ। ਇਹੋ ਜਿਹੇ ਭਗਤਾਂ ਦੀ ਪ੍ਰੀਖਿਆ ਦਾ ਨਾਟਕ ਜਗਿਆਸੂਆਂ ਵਾਸਤੇ ਚਾਨਣ ਮੁਨਾਰੇ ਦਾ ਕੰਮ ਦਿੰਦਾ ਹੈ। ਮਗਰ ਦੂਜੇ ਪਾਸੇ ਕਰਤ ਆਪ ਭੁੱਲ ਹੈ, ਨਾ ਭੁੱਲੋ ਕਿਸੇ ਦਾ ਭੁਲਾਇਆ। ਜਾਰ ਜੋਰੂ ਜ਼ਮੀਨ ਤੋਂ ਹੀ ਤਿੰਨੇ ਤਾਪ ਆਦ ਬਿਆਦ ਉਪਾਦ ਪੈਦਾ ਹੁੰਦੇ ਹਨ। ਮਾਇਆ ਦਾ ਲੋਭੀ ਅੰਨਾ ਬੋਲਾ ਹੋ ਕੇ ਪਾਪ ਕਰਦਾ ਹੈ ਅਤੇ ਇਸ ਭੁਲੇਖੇ ਵਿੱਚ ਫਸਿਆ ਹੁੰਦਾ ਹੈ ਕਿ ਮੈਂ ਕਿਵੇਂ ਕਰਕੇ ਵੀ ਧਨ ਹਾਸਲ ਕਰ ਲਵਾਂ। ਆਪਣੇ ਮਰਨ ਦਾ ਉਸ ਨੂੰ ਚੇਤਾ ਹੀ ਨਹੀਂ ਹੁੰਦਾ। ਜ਼ਿਮੀਦਾਰਾਂ ਨੂੰ ਸਭ ਤੋਂ ਜ਼ਿਆਦਾ ਪਿਆਰੀ ਜ਼ਮੀਨ ਹੁੰਦੀ ਹੈ। ਸ਼ਰੀਕਾਂ ਨੂੰ ਪਤਾ ਸੀ ਇਸ ਮਾਈ ਦੇ ਲਾਲ ਨੂੰ ਖਤਮ ਕਰ ਦਈਏ ਤਾਂ ਇਸ ਦੇ ਹਿੱਸੇ ਦੀ ਸਾਰੀ ਜ਼ਮੀਨ ਫਿਰ ਸਾਡੀ ਹੀ ਹੈ। ਬਸ ਮਾਈ ਦੇ ਪੁੱਤਰ ਨੂੰ ਜ਼ਮੀਨ ਸਾਂਭਣ ਦੇ ਲਾਲਚ ਕਰਕੇ ਖਤਮ ਕਰ ਦਿੱਤਾ ਗਿਆ। ਮਗਰ ਮਾਈ ਗੁਰੂ ਵਾਲੀ ਸੀ। ਨਾ ਕੋਈ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਾਣਾਈ ਵਾਲੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਚੁੱਕੀ ਸੀ। ਇੱਕ ਹਾ ਦਾ ਨਾਰਾ ਵੀ ਨਹੀਂ ਅਤੇ ਨਾ ਹੀ ਕਿਸੇ ਨੂੰ ਦੂਰ ਸੀਸ ਦਿੱਤੀ, ਨਾ ਹੀ ਰੱਬ ਨੂੰ ਨਾ ਹੀ ਸਤਿਗੁਰ ਨੂੰ ਮਿਹਣਾ ਤਾਨਾ ਮਾਰਿਆ। ਕਦੇ ਸਾਡੇ ਉੱਪਰ ਐਸਾ ਸਮਾਂ ਆਵੇ ਤਾਂ ਸਾਡੀ ਸ਼ਰਧਾ ਵੀ ਡੋਲ ਜਾਂਦੀ ਹੈ। ਜੋ ਸੱਜਣ ਅਫਸੋਸ ਵਾਸਤੇ ਆਏ, ਹਾਂ ਭਾਈ ਇਸ ਦੀ ਉਮਰ ਹੀ ਇੰਨੀ ਸੀ, ਮੇਰੇ ਨਾਲੋਂ ਇਸ ਦਾ ਲੇਖਾ ਪੂਰਾ ਹੋ ਗਿਆ ਸੀ। ਅਰਦਾਸ ਕਰੋ ਇਸ ਬੱਚੇ ਦੀ ਆਤਮਾ ਦੇ ਰਾਖੇ ਸਤਿਗੁਰ ਹੋਣ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਾਠ ਆਰੰਭ ਕਰਵਾਇਆ। ਭੋਗਪੁਰ ਮਾਰਨ ਵਾਲੇ ਸ਼ਰੀਕਾਂ ਨੂੰ ਵੀ ਸੱਦਾ ਪੱਤਰ ਦਿੱਤਾ। ਉਹ ਅੰਦਰੋਂ ਡਰਨ। ਪਿੰਡ ਵਿੱਚ ਪਤਾ ਤਾਂ ਲੱਗ ਗਿਆ ਸੀ, ਮਾਈ ਕਿਸੇ ਪਾਸ ਵੀ ਜ਼ਿਕਰ ਨਹੀਂ ਕੀਤਾ। ਥਾਣੇ ਰਿਪੋਰਟ ਤਾਂ ਹੋ ਚੁੱਕੀ ਸੀ। ਥਾਣੇਦਾਰ ਨੇ ਆ ਕੇ ਮਾਈ ਦੇ ਬਿਆਨ ਲਏ ਕਿ ਮਾਈ ਤੈਨੂੰ ਕਿਸੇ ਪਰ ਸ਼ੱਕ ਹੈ, ਤੇਰਾ ਪੁੱਤਰ ਕਿਸੇ ਦੇ ਮਰਿਆ ਹੈ, ਬਿਮਾਰੀ ਨਾਲ ਨਹੀਂ। ਮਾਈ ਨੇ ਕਿਹਾ ਬੱਚਾ ਇਹ ਠੀਕ ਹੈ, ਤੇਰੀ ਵੀ ਨੌਕਰੀ ਹੈ, ਤੂੰ ਆਪਣਾ ਫਰਜ਼ ਪੂਰਾ ਕਰਨ ਆਇਆ ਹੈ, ਮਗਰ ਕਿਸੇ ਨੂੰ ਨਾ ਕੋਈ ਮਾਰ ਸਕਦਾ ਹੈ ਨਾ ਜਿਵਾ ਸਕਦਾ ਹੈ। ਮੇਰੇ ਪੁੱਤਰ ਦੀ ਉਮਰ ਇੰਨੀ ਸੀ, ਪੂਰੀ ਹੋ ਗਈ। ਅਕਾਲ ਪੁਰਖ ਦੇ ਹੁਕਮ ਵਿੱਚ ਕਾਲ ਹੈ। ਮੈਨੂੰ ਕਿਸੇ ਉੱਪਰ ਸ਼ੱਕ ਨਹੀਂ ਹੈ, ਨਾ ਹੀ ਸ਼ਿਕਾਇਤ ਹੈ। ਤੂੰ ਬੱਚਾ ਜੀ ਸਦਕੇ ਮੇਰੇ ਘਰ ਆਇਆ, ਜਲ ਪਾਣੀ ਛਕ, ਜੋ ਰੁੱਖਾ ਮਿੱਸਾ ਮੇਰੇ ਘਰ ਹੈ। ਮਾਈ ਦੇ ਐਡੇ ਵੱਡੇ ਜਿਗਰੇ ਅਤੇ ਮੋਹ ਦੇ ਤਿਆਗੀ ਸੁਭਾਅ ਨੂੰ ਦੇਖ ਸੁਣ ਕੇ ਥਾਣੇਦਾਰ ਅਤੇ ਨਗਰ ਦੇ ਸਿਆਣੇ ਸੱਜਣ ਹੈਰਾਨ ਸਨ। ਕਈ ਤਾਂ ਧਰਮੀ ਬੰਦੇ ਵੀ ਚਾਹੁੰਦੇ ਹੋਣਗੇ ਕਿ ਪਾਪੀ ਨੂੰ ਪਾਪ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ। ਮਾਈ ਦੇ ਦੁਬਾਰਾ ਬਿਆਨ ਵੀ ਇਹੋ ਹੀ ਸਨ ਕਿ ਬੱਚਾ ਮੇਰਾ ਕੋਈ ਸ਼ਰੀਕ ਦੁਸ਼ਮਣ ਨਹੀਂ, ਤੂੰ ਸਾਨੂੰ ਕਿਸੇ ਗਲਤ ਰਿਪੋਰਟ ਦਿੱਤੀ ਹੈ। ਥਾਣੇਦਾਰ ਨੇ ਕਿਹਾ ਮਾਈ ਧੰਨ ਹੈ ਤੂੰ ਅਤੇ ਧੰਨ ਹੈ ਤੇਰਾ ਗੁਰੂ, ਕਿਸੇ ਵਕਤ ਸਾਨੂੰ ਵੀ ਉਸ ਦੇ ਚਰਨੀ ਲਾਓ। ਇਹ ਕਹਿ ਕੇ ਥਾਣੇਦਾਰ ਨੇ ਮਾਈ ਨੂੰ ਨਮਸਕਾਰ ਕੀਤੀ ਤੇ ਵਿਦਾ ਹੋਇਆ। ਮਾਰਨ ਵਾਲੇ ਲੜਕੇ ਦੇ ਕਾਤਲ ਭਾਈਆਂ ਵੀ ਸਭ ਕੁਝ ਸੁਣ ਲਿਆ। ਜ਼ੁਬਾਨ ਤੋਂ ਕੁਝ ਦੱਸ ਨਹੀਂ ਸਕਦੇ, ਅੰਦਰੋਂ ਪਛਤਾਉਂਦੇ ਸਨ।
ਉਹ ਵਕਤ ਹੱਥ ਨਹੀਂ ਆਉਂਦਾ। ਸਾਰਿਆਂ ਦੇ ਹਿਰਦੇ ਵੈਰਾਗੀ ਹੋ ਗਏ ਅਤੇ ਗੁਰੂ ਘਰ ਦੇ ਸ਼ਰਧਾਲੂ ਬਣ ਗਏ। ਮੰਨ ਗਏ ਕਿ ਮਾਈ ਕੋਈ ਅਵਤਾਰੀ ਜੀਵ ਹੈ। ਬੁਢਾਪੇ ਕਾਰਨ ਮਾਈ ਦਾ ਸਰੀਰ ਕਮਜ਼ੋਰ ਹੋ ਗਿਆ। ਦਰਿਆ ਘਰੋਂ ਦੂਰ ਹੋਣ ਕਰਕੇ ਇਸ਼ਨਾਨ ਵਾਸਤੇ ਆਉਣਾ ਜਾਣਾ ਬੜਾ ਮੁਸ਼ਕਿਲ ਹੋ ਗਿਆ। ਇੱਕ ਦਿਨ ਦਰਿਆ ਪਰ ਜਾ ਕੇ ਮੂੰਹੋਂ ਬਚਨ ਨਿਕਲ ਗਿਆ ਕਿ ਬੱਚਾ, ਤੂੰ ਜੇ ਕੁਝ ਮੇਰੇ ਘਰ ਦੇ ਨੇੜੇ ਆ ਜਾਵੇਂ ਤਾਂ ਮੈਨੂੰ ਔਖੀ ਨਾ ਹੋਣਾ ਪਵੇ। ਇਸ ਦਿਨ ਤੋਂ ਬਾਅਦ ਦਰਿਆ ਦਾ ਵਹਿਣਾ ਪਿੰਡ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ। ਪੌਣ ਪਾਣੀ ਮੇਰੇ ਸਤਿਗੁਰ ਦੇ ਹੁਕਮ ਵਿੱਚ ਅਤੇ ਸਤਿਗੁਰੂ ਭਗਤਾਂ ਦੇ ਵਸ ਵਿੱਚ। ਹਰ ਜੀ ਬਸੇ ਸਾਧ ਕੀ ਰਸਨਾ। ਇੱਥੋਂ ਤੱਕ ਕਿ ਦਰਿਆ ਦਾ ਪਾਣੀ ਪਿੰਡ ਦੀਆਂ ਕੰਧਾਂ ਨਾਲ ਆ ਟਕਰਿਆ। ਹੋਰ ਵੀ ਮਾਈ ਦੇ ਘਰ ਵੱਲ ਨੂੰ ਵਧੀ ਜਾਵੇ। ਪਿੰਡ ਦੇ ਸਿਆਣਿਆਂ ਕੁਝ ਵਿਚਾਰ ਕੀਤੀ ਕਿ ਉਪਰਾਲਾ ਕੀਤਾ ਜਾਵੇ। ਇੱਕ ਸੱਜਣ ਨੇ ਇਹ ਮਾਈ ਦੇ ਬਚਨ ਕੰਨੀ ਸੁਣੇ ਸਨ। ਉਸ ਕਿਹਾ ਕਿ ਭਾਈ ਉਸ ਮਾਈ ਦੇ ਚਰਨੀ ਪਵੋ। ਤਾਂ ਕੁਝ ਸੱਜਣਾ ਮਾਈ ਪਾਸ ਆ ਕੇ ਅਰਜ਼ ਕੀਤੀ। ਮਾਈ ਕਿਹਾ, ਅੱਛਾ ਭਾਈ, ਪ੍ਰਸ਼ਾਦ ਕਰੋ। ਆਪਾਂ ਸਾਰੇ ਵਰਨ ਦੇਵਤਾ ਪਾਸ ਅਰਜ਼ ਕਰੀਏ। ਪ੍ਰਸ਼ਾਦ ਕਰਵਾ ਕੇ ਅਰਜ਼ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਇਸ ਜਲ ਦੇਵਤਾ ਨੂੰ ਕਹੋ ਕਿ ਬਸ ਇੱਥੇ ਹੀ ਰਹੇ, ਮਤਾ ਕਿਸੇ ਗਰੀਬ ਦਾ ਘਰ ਢਾਹ ਦੇਵੇ। ਉਸੇ ਦਿਨ ਤੋਂ ਦਰਿਆ ਅੱਗੇ ਹੀ ਨਹੀਂ ਵਧਿਆ। ਇੱਕ ਦਿਨ ਮਾਈ ਤੜਕੇ ਇਸ਼ਨਾਨ ਕਰਕੇ ਆਸਾ ਦੀ ਵਾਰ ਪਾਠ ਵਿੱਚ ਨਾਮ ਸਿਮਰਨ ਤੋਂ ਬਾਅਦ ਇਹਨਾਂ ਤੁਕਾਂ ਪਰ ਆ ਗਈ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਆਧਾਰ। ਤਾਂ ਸਾਗੂ ਪ੍ਰਤਾਪ ਸਿੰਘ ਜੀ ਦਾ ਆਤਮਾ ਸਰੂਪ ਦੇ ਸਾਖਸ਼ਾਤ ਦਰਸ਼ਨ ਹੋ ਗਏ। ਮਸਤਾਨੀ ਹੋ ਕੇ ਦਾਨੀ ਨਾ ਰਹਿ ਗਈ। ਮਸਤੀ ਵੈਰਾਗ ਵਿੱਚ ਮਸਤਾਨੀ ਹੀ ਹੋ ਗਈ। ਸਰੀਰ ਦੀ ਸੁੱਧ ਹੀ ਨਾ ਰਹੀ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਹੱਥੋਂ ਮਾਲਾ ਡਿੱਗੀ, ਆਪ ਵੀ ਸਰੀਰ ਕਰਕੇ ਮੰਜੇ ਤੋਂ ਥੱਲੇ ਡਿੱਗੀ। ਸਤਿਗੁਰਾਂ ਦੇ ਚਰਨ ਹੱਥ ਵਿੱਚ ਹਨ। ਸਰੀਰ ਕਰਕੇ ਚਰਨਾਂ ਵਿੱਚ ਲੇਟੀ ਜਾਂਦੀ ਹੈ। ਆਤਮਾ ਵਿੱਚ ਅੰਮ੍ਰਿਤ ਰਸ ਦੇ ਫੁਹਾਰੇ ਫੁੱਟ ਰਹੇ ਹਨ। ਉਹ ਅੰਮ੍ਰਿਤ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਿਆ ਸੀ। ਗੁਰੂ ਦੇ ਧਾਰੀ ਗੁਰੂ ਦੀ ਸ਼ਰਨ ਤੋਂ ਬਾਅਦ ਅਤੇ ਇਹੋ ਤੁਕਾਂ ਬੀਬੀ ਅਮਰੋਂ ਪਾਸੋਂ ਗੁਰਬਾਣੀ ਦੀਆਂ ਸੁਣ ਕੇ ਗੁਰੂ ਅੰਗਦ ਦੇਵ ਦੂਜੇ ਦੇ ਧਾਰੀ ਗੁਰੂ ਨਾਨਕ ਜੀ ਦੀ ਸ਼ਰਨ ਵਿੱਚ ਗਏ ਸਨ। ਫਿਰ ਇਹੋ ਅੰਮ੍ਰਿਤ ਜੋ ਨਾਨਕ ਅੰਮ੍ਰਿਤ ਮੰਨੇ ਮਾਹੇ, ਪਾਈਏ ਗੁਰ ਵਿਚਾਰ ਲਿਖਿਆ ਹੈ। ਫਿਰ ਇਸ ਅੰਮ੍ਰਿਤ ਦੀ ਪ੍ਰਾਪਤੀ ਤੋਂ ਬਾਅਦ ਅਨੰਦਪੁਰ ਸਾਹਿਬ ਵਿੱਚ ਐਸੇ ਹੀ ਅੰਮ੍ਰਿਤ ਦੀ ਸਿਫਤ ਦਾ ਨਿਰਣਾ ਕਰਦੇ ਹਨ ਕਿ ਭਾਈ ਇਹੋ ਅੰਮ੍ਰਿਤ, ਕਿਹੜਾ ਅੰਮ੍ਰਿਤ, ਕਿੱਥੋਂ ਮਿਲਦਾ ਹੈ ਅੰਮ੍ਰਿਤ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਸੋ ਆਦਿ ਤੋਂ ਸ੍ਰਿਸ਼ਟੀ ਦੀਆਂ ਦੋਹਾਂ ਦੀ ਰਚਨਾ ਤੋਂ ਲੈ ਕੇ ਹੁਣ ਤੱਕ ਅਤੇ ਜਦੋਂ ਤੱਕ ਰਚਨਾ ਰਹੇਗੀ, ਇਹ ਵਿਧਾਨ ਮਰਿਆਦਾ ਅਸੂਲ ਅਟਲ ਰਹੇਗਾ ਕਿ ਦੇਹ ਧਾਰੀ ਮਹਾਂਪੁਰਸ਼ਾਂ ਦੀ ਉਚਾਰਨ ਕੀਤੀ ਗੁਰਬਾਣੀ, ਸੰਤ ਭਗਤ ਬਾਣੀ ਇਸ ਨਾਮ ਦੀ, ਇਸ ਅੰਮ੍ਰਿਤ ਦੀ ਸਿਫਤ ਦੱਸੇਗੀ ਅਤੇ ਦੱਸ ਪਾਏਗੀ ਕਿੱਥੋਂ ਮਿਲਦਾ ਨਾਮ ਅੰਮ੍ਰਿਤ। ਲੱਭਣ ਦਾ ਉਤਸ਼ਾਹ, ਮੰਗ, ਫੁਰਨਾ ਪੈਦਾ ਕਰੇਗੀ। ਫਿਰ ਇਸ ਨਾਮ ਨੂੰ ਵਸਾਰੀ ਬੈਠੇ ਜੀਵ ਨੂੰ ਇਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਅਰਦਾਸ ਕਰਨੀ ਹੋਵੇਗੀ। ਅਰਦਾਸ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚੇਗੀ। ਉਹ ਅਰਦਾਸ ਪੁਕਾਰ ਸੁਣ ਕੇ ਅਕਾਲ ਪੁਰਖ ਤੋਂ ਸਾਨੂੰ ਉਸ ਮੌਕੇ 'ਤੇ ਜੋ ਦੇ ਧਾਰੀ ਸਤਿਗੁਰੂ ਇਸ ਅੰਮ੍ਰਿਤ ਨਾਮ ਦੇ ਖਜ਼ਾਨੇ ਦਾ ਮਾਲਕ ਹੋਵੇਗਾ, ਉਸ ਦੇ ਪਾਸ ਇਸ ਖਜ਼ਾਨੇ ਦੀ ਕੁੰਜੀ ਹੋਵੇਗੀ। ਉਸ ਦੇ ਪਾਸ ਉਸ ਦੇ ਹਿਰਦੇ ਦੀ ਆਸ਼ੀਰਵਾਦ ਇਸ ਪਿਆਸੇ ਜਗਿਆਸੂ ਨੂੰ ਅੰਮ੍ਰਿਤ ਦੀ ਪ੍ਰਾਪਤੀ ਕਰ ਦੇਗੀ। ਸੋ ਆਓ ਮਾਤਾ ਦਾਨੀ ਜੀ। ਮਾਤਾ ਦਾਨੀ ਜੀ ਸਾਗੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਨਾਲ ਲਿਪਟੇ ਉਸ ਅੰਮ੍ਰਿਤ ਦੇ ਸਰੋਵਰ ਵਿੱਚ ਵਧੇ ਹੋਏ ਪਏ ਹਨ। ਉਹਨਾਂ ਦੀ ਸਾਰ ਲਈਏ। ਪਤਾ ਨਹੀਂ ਕਿੰਨਾ ਚਿਰ ਇਸ ਅਵਸਥਾ ਵਿੱਚ ਪਏ ਰਹੇ ਹੋਣਗੇ, ਕਿਉਂਕਿ ਉਸ ਅਵਸਥਾ ਵਿੱਚ ਸਮਾਂ, ਦੁੱਖ, ਸੁੱਖ, ਭੁੱਖ, ਨੀਂਦ, ਆਲਸ, ਗਰਮੀ, ਸੀਤ ਨਹੀਂ ਹੈ। ਗੁਆਂਢ ਪਤਾ ਲੱਗਾ। ਦੋ ਬੀਬੀਆਂ ਆ ਕੇ ਮਾਈ ਨੂੰ ਸੰਭਾਲਿਆ, ਚੁੱਕਿਆ, ਮੰਜੇ ਪਰ ਪਾਇਆ। ਮਗਰ ਮਾਈ ਨੇ ਅਜੇ ਤੱਕ ਸਤਿਗੁਰੂ ਦੇ ਚਰਨ ਨਹੀਂ ਛੱਡੇ। ਪਾਤਸ਼ਾਹ ਵੀ
ਉਧਰ ਸਰਗੋਧੇ ਘੋੜੇ ਖਰੀਦਣ ਗਿਆ ਦੇ ਅਤੇ ਚਰਨਾਂ ਨਾਲ ਹੀ ਗੱਡੀ ਅਤੇ ਕਾਰ ਦਾ ਇੰਜਨ ਵੀ ਰੁਕ ਗਿਆ। ਉਹ ਤਾਰ ਮਾਈ ਦੀ ਬਿਨ ਤਾਰੋਂ ਬਿਨ ਖੰਭੋ ਮਿਲਦੀ ਜਾ ਪਿਆਰੇ ਨੂੰ। ਉਹ ਪਿਆਰ ਦੀ ਜ਼ਬਰਦਸਤ ਕਰੰਟ ਆਤਮਕ ਸ਼ਕਤੀ ਵਾਲੀ ਤਾਰ ਨੇ ਸਤਿਗੁਰਾਂ ਦੇ ਸਾਰੇ ਪ੍ਰੋਗਰਾਮ ਫੇਲ ਕਰ ਦਿੱਤੇ। ਇੱਧਰ ਮਾਈ ਦੀਆਂ ਕੂਕਾਂ, ਉੱਧਰ ਹਿਰਦਾ ਸਾਗੋ ਪ੍ਰਤਾਪ ਸਿੰਘ ਜੀ ਦਾ, ਫਿਰ ਇਹ ਵਾਇਰਲੈਸ ਸਟੇਸ਼ਨ ਇੰਨੀ ਵੱਡੀ ਪਾਵਰ ਵਾਲਾ। ਪਾਤਸ਼ਾਹ ਨੇ ਸਾਰੇ ਕੰਮ ਬੰਦ ਕਰਨ ਦਾ ਹੁਕਮ ਦੇ ਦਿੱਤਾ। ਫਿਰ ਦੂਜਾ ਹੁਕਮ ਹੋਇਆ ਸੱਚੇ ਪਾਤਸ਼ਾਹ ਦੇ ਵਜ਼ੀਰ ਭਾਈ ਵਜ਼ੀਰ ਸਿੰਘ ਨੂੰ ਕਿ ਭਾਈ ਜੀ ਸੰਤ ਲਾਲ ਸਿੰਘ ਯਾਨੀ ਕਾਰ ਡਰਾਈਵਰ ਨਿੱਜੀ ਸੇਵਕ, ਉਸ ਨੂੰ ਕਹੋ 200 ਮੀਲ ਜਾਣ ਜੋਗਾ ਗੱਡੀ ਵਿੱਚ ਤੇਲ ਪਾ ਲਵੇ। ਕੌਣ ਜਾਣੇ ਤੇ ਕੌਣ ਪੁੱਛੇ ਕਿੱਥੇ ਜਾਣਾ, ਕੀ ਗੱਲ ਹੈ। ਕਿਹਾ ਸਤ ਬਚਨ ਪਾਤਸ਼ਾਹ। ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਜਲਦੀ ਜਲ ਪਾਣੀ ਛਕਿਆ, ਅਰਦਾਸਾ ਹੋਇਆ, ਕਾਰ ਵਿੱਚ ਬੈਠੇ, ਗੱਡੀ ਸਟਾਰਟ ਹੋਈ। ਹੁਕਮ ਹੋਇਆ ਅੰਮ੍ਰਿਤਸਰ ਵੱਲ ਗੱਡੀ ਮੋੜੋ। ਜੈਕਾਰਾ ਛੱਡਿਆ, ਗੱਡੀ ਚੱਲੀ। ਸਰਗੋਧੇ ਦੀ ਸੰਗਤ ਵਿਚਾਰਦੀ ਕਿ ਪਾਤਸ਼ਾਹ ਦੇ ਪ੍ਰੋਗਰਾਮ ਦਾ ਦੁਨਿਆਵੀ ਜੀਵ ਕੀ ਸਮਝਣ, ਬਾਅਦ ਵਿੱਚ ਭੇਤ ਖੁੱਲ੍ਹੇਗਾ। ਕਿੱਧਰੋਂ ਤਾਰ ਆ ਗਈ ਜੋ ਘੋੜਿਆਂ ਦੀ ਨਿਲਾਮੀ ਵਿੱਚ ਹੀ ਰਹਿ ਗਈ। ਗੱਡੀ ਸਰਗੋਧੇ ਤੋਂ ਚਨਿਓਟ, ਪਿੰਡੀ, ਪਟਿਆ, ਸ਼ੇਖੂਪੁਰਾ, ਲਾਹੌਰ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੀ। ਇੱਧਰ ਮਾਈਦਾਨੀ ਦੀਆਂ ਨਬਜਾਂ ਵੇਖ ਮਾਈਆਂ ਬੀਬੀਆਂ ਸਮਝ ਗਈਆਂ ਜੇ ਕੋਈ ਗੁਪਤ ਖੇਡ ਹੈ ਪਤਾ ਲੱਗ ਜਾਏਗਾ। ਗੱਡੀ ਦੀ ਕੂੰ ਦੀ ਆਵਾਜ਼ ਵੀ ਮਾਈ ਦੀ ਕੰਨੀ ਪੈਣੀ ਸ਼ੁਰੂ ਹੋ ਗਈ। ਮਾਈ ਨੇ ਅੱਖਾਂ ਖੋਲੀਆਂ, ਉੱਠ ਬੈਠੀ। ਘਰੋਂ ਤੂਰੀ ਸੋਟਾ ਫੜ ਕੇ ਮੁਹੱਲੇ ਦੇ ਘਰੋਂ ਘਰ ਸੁਨੇਹਾ ਦੇਣ ਲੱਗੀ, ਭੈਣੋ, ਵੀਰੋ, ਕੁੜੀਓ, ਵਹੁਟੀਓ, ਕਿਤੇ ਦੂਰ ਨਾ ਜਾਇਓ। ਮਾਤਾ ਜੀ ਕੀ ਗੱਲ ਹੈ? ਮੇਰੇ ਮਾਹੀ ਨੂੰ ਮੇਰੀ ਤਾਰ ਪਹੁੰਚ ਗਈ ਸੀ। ਉਹ ਸਾਰੇ ਕੰਮ ਛੱਡ ਕੇ ਆਪਾਂ ਨੂੰ ਦਰਸ਼ਨ ਦੇ ਕੇ ਤਾਰਨ ਵਾਸਤੇ ਆ ਰਿਹਾ ਹੈ। ਉਸ ਬਹੁਤਾ ਚਿਰ ਨਹੀਂ ਅਟਕਣਾ, ਜਲਦੀ ਪਹੁੰਚ ਰਿਹਾ ਹੈ। ਬੀਬੀਆਂ ਸਮਝ ਗਈਆਂ ਕਿ ਸੱਚੇ ਪਾਤਸ਼ਾਹ ਆ ਰਹੇ ਹਨ। ਮਾਈ ਨੂੰ ਥਕੇਵਾਂ ਹੀ ਭੁੱਲ ਗਿਆ। ਆਪ ਝਾੜੂ ਫੜ ਕੇ ਗਲੀਆਂ ਸਾਫ਼ ਕਰਨ ਲੱਗ ਪਈ। ਨੀ ਭੈਣੋ, ਬਾਹਰਲੇ ਕੰਮ ਫੇਰ ਕਰ ਲਿਓ, ਘਰੋਂ ਨਾ ਜਾਇਓ। ਨਾਲ ਹੀ ਮਾਈ ਗੀਤ ਗਾਉਂਦੀ ਜਾ ਰਹੀ ਸੀ। ਕੋਈ ਭੈਣ ਲੰਘਦੀ ਮੁਸਕਰਾ ਕੇ ਨਮਸਕਾਰ ਕਰਕੇ ਲੰਘਦੀ, ਕਹਿੰਦੀ ਕਿ ਮਾਤਾ ਜੀ ਧੰਨੋ ਆਪ ਤੇ ਧੰਨੇ ਤੁਸਾਂ ਦਾ ਗੁਰੂ ਤੇ ਧੰਨੇ ਨਗਰ ਜਿੱਥੇ ਆਪ ਜੈਸੀਆਂ ਮਾਤਾ ਪਿੱਛੇ ਸਤਿਗੁਰਾਂ ਦੇ ਚਰਨ ਪੈ ਜਾਣ ਨਾਲੋਂ ਹੀ ਸਾਡੇ ਵਰਗਿਆਂ ਦਾ ਵੀ ਦਰਸ਼ਨ ਕਰਕੇ ਜਨਮ ਸਫਲਾ ਹੋ ਜਾਵੇਗਾ। ਇੰਨੇ ਚਿਰ ਨੂੰ ਗੱਡੀ ਦੀ ਕੂੰ ਦੀ ਆਵਾਜ਼ ਸੁਣ ਲਈ। ਕੀ ਦੇਖਦੇ ਕਿ ਗੱਡੀ ਛੁਕਦੀ ਹੋਈ ਪਿੰਡ ਦੇ ਗੌਰੇ ਆ ਪਹੁੰਚੀ। ਨਗਰ ਦੇ ਮਾਈ ਭਾਈ ਆਪਣੇ ਜ਼ਰੂਰੀ ਕੰਮ ਛੱਡ ਕੇ ਦਰਸ਼ਨ ਵਾਸਤੇ ਮਾਈ ਦੇ ਘਰ ਲਾਗੇ ਆਣ ਇਕੱਠੇ ਹੋਏ। ਗੱਡੀ ਦਾ ਦਰਵਾਜ਼ਾ ਖੁੱਲ੍ਹਿਆ। ਗਰੀਬ ਨਿਵਾਜ ਪ੍ਰਕਾਸ਼ ਰੂਪੀ ਮੂਰਤੀ ਬਾਹਰ ਆਏ। ਜੈਕਾਰਾ ਬੋਲਿਆ। ਮਾਈ ਚਰਨਾਂ ਉੱਪਰ ਤਾਂ ਢਹਿ ਪਈ, ਮਗਰ ਸਰੀਰ ਦੀ ਸੁੱਧ ਹੀ ਨਹੀਂ। ਸੱਚੇ ਪਾਤਸ਼ਾਹ ਨੇ ਹਸਤ ਕਮਲਾ ਨਾਲ ਉਠਾਇਆ। ਕਮਲੀਏ, ਇੰਨਾ ਤੰਗ ਨਾ ਕਰਿਆ ਕਰ। ਦੇਖ ਕਿੰਨੇ ਜ਼ਰੂਰੀ ਕੰਮ ਛੱਡ ਕੇ 200 ਮੀਲ ਤੋਂ ਆਉਣਾ ਪਿਆ ਹੈ। ਅੰਮ੍ਰਿਤ ਵੇਲੇ ਤੋਂ ਤੂੰ ਵਾਜਾ ਪਈ ਮਾਰੀ ਜਾਂਦੀ ਹੈ। ਜਲ ਪਾਣੀ ਵੀ ਸਵੇਰ ਦਾ ਹੀ ਛਕਿਆ ਹੈ। ਮਾਈ ਗੱਲ ਵਿੱਚ ਪੱਲਾ ਪਾ, ਮੇਰੇ ਮਾਲਕਾ, ਤੇਰੇ ਬਿਨਾ ਮੇਰਾ। ਮਾਈ ਗੱਲ ਵਿੱਚ ਪੱਲਾ ਪਾ, ਕਹਿਣ ਲੱਗੀ, ਮੇਰੇ ਮਾਲਕਾ, ਤੇਰੇ ਬਿਨਾ ਮੇਰਾ ਹੈ ਵੀ ਕੌਣ? ਕਿਸ ਨੂੰ ਤੰਗ ਕਰਾਂ? ਮੇਰੇ ਕੋਈ ਵੱਸ ਦੀ ਗੱਲ ਹੈ? ਭੁੱਖ ਸਵੇਰ ਦੀ ਮੈਨੂੰ ਵੀ ਨਹੀਂ ਲੱਗੀ। ਹੁਣ ਤੂੰ ਸਾਨੂੰ ਛਕਾ ਕੇ ਖਾਵਾਂਗੀ। ਭਾਵੇਂ ਤੇਰਾ ਸਾਰਾ ਸੰਸਾਰ ਹੈ, ਪਰ ਮੇਰਾ ਬਿਨਾਂ ਤੇਰੇ ਹੋਰ ਕੋਈ ਨਹੀਂ ਹੈ। ਇਹ ਸੰਗਤ ਵੀ ਮੇਰੇ ਵਾਂਗੂ ਦਰਸ਼ਨਾਂ ਦੀ ਤਾਂਘ ਵਿੱਚ ਬੈਠੀ ਹੋਈ ਹੈ। ਇਹਨਾਂ 'ਤੇ ਵੀ ਮੇਰ ਦੀ ਨਜ਼ਰ ਕਰੋ। ਸਾਰੇ ਮਾਈ ਭਾਈ ਚਰਨੀ ਲੱਗੇ। ਵਿੱਚੋਂ ਸਿਆਣੇ ਪੁਰਸ਼ ਕਹਿਣ, ਸੱਚੇ ਪਾਤਸ਼ਾਹ, ਇਸ ਮਾਈ ਦੇ ਪਿੱਛੇ ਅਸੀਂ ਵੀ ਬਖਸ਼ੇ ਗਏ ਹਾਂ, ਸਾਨੂੰ ਵੀ ਨਾਮ ਦੀ ਦਾਤ ਬਖਸ਼ੋ। ਭਾਈ ਵਜ਼ੀਰ ਸਿੰਘ ਜੀ ਨੂੰ ਹੁਕਮ ਕਰਕੇ ਗੁਰੂ ਮੰਤਰ ਦਿੱਤਾ ਗਿਆ। ਸੱਚੇ ਪਾਤਸ਼ਾਹ ਪ੍ਰਸ਼ਾਦ ਤਿਆਰ ਕਰਾ ਕੇ ਛਕਿਆ। ਫਿਰ ਮਾਈ ਨੇ ਛਕਿਆ। 2 ਘੜੀਆਂ ਆਰਾਮ ਕੀਤਾ।
ਜ਼ਿਆਦਾ ਦੇਰ ਨਹੀਂ ਠਹਿਰ ਸਕੇ। ਹੋਰ ਵੀ ਕਈ ਥਾਂ ਪਾਤਸ਼ਾਹ ਦੀਆਂ ਉਡੀਕਾਂ ਸਨ। ਸਾਰੇ ਆਖ ਲਈਏ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਧੰਨ ਹਨ ਸਤਿਗੁਰੂ ਉਦੇ ਸਿੰਘ ਜੀ ਅਤੇ ਧੰਨ ਹਨ ਉਹਨਾਂ ਦੇ ਸਿੱਖ।